ਆਪਾਂ ਵਿਚਾਰ ਕਰ ਰਹੇ ਸੀ ਕਿ ਜਿਸ ਨੇ ਆਪਣਾ ਆਪਾ ਸਮਰਪਣ ਕਰਕੇ ਗੁਰੂ ਦੀ ਸੇਵਾ ਕੀਤੀ, ਉਸ ਨੂੰ ਆਤਮਿਕ ਜੀਵਨ ਦੀਆਂ ਮੰਜ਼ਲਾਂ ਹਾਸਲ ਹੋਈਆਂ ਤੇ ਸੇਵਾ ਕਰਨ ਵਾਲਾ एक दिन उस मुकाम ते पहुंच गया जिथे सेवक और स्वामी दी अभेदता हो गई। उस विच कल असीं गुरु अमरदास जी दे जीवन विचों उन्हां दे संबंध विच श्री गुरु ग्रंथ साहिब दी बाणी विचों जो सेवा और अध्यात्मक जीवन दा जिक्र है उस दी विशेष करके रात विचार कीती सी। श्री गुरु ग्रंथ साहिब जी दी अमृत गुरबाणी विच महाराज जी ने सेवा करने वाले सेवक दी एक परिभाषा दिती है। जिवें असीं गुरसिख दी डेफिनेशन, संत दी परिभाषा, ब्रह्म ज्ञानी दी परिभाषा, इसे तरह जिहड़ा सेवक है उस दी डेफिनेशन है गुरु ग्रंथ साहिब विच। महाराज जी दी बाणी दियां दो तुकां साहिब ने फरमाया, नानक सेवक सोई आखिए, सेवक सोई आखिए जो सिर धरै उतार। सेवक उस नूं ही आखिया जांदा है ਜਿਹੜਾ ਆਪਣੇ ਸਿਰ ਨੂੰ, ਆਪਣੀ ਖੌਮੇ ਨੂੰ ਵੱਢ ਕੇ ਗੁਰੂ ਚਰਨਾਂ ਵਿੱਚ ਰੱਖ ਦਿੰਦਾ ਹੈ। ਇਹਦਾ ਅਰਥ ਸਮਰਪਣ ਵੀ ਹੈ। ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੈ ਉਤਾਰ। ਸਤਿਗੁਰ ਕਾ ਭਾਣਾ ਮੰਨ ਲੈ, ਜੋ ਗੁਰੂ ਹੁਕਮ ਕਰਦਾ ਉਹਨੂੰ ਸਤ ਬਚਨ ਕਰਕੇ ਮੰਨੇ। ਸਤਿਗੁਰ ਕਾ ਭਾਣਾ ਮੰਨ ਲੈ, ਸ਼ਬਦ ਰੱਖੈ ਔਰ ਧਾਰ। अपने अंतर आत्मे शब्द नूं टिका के रखे। जो गुरु कहंदा है उस गल नूं, उस नूं भाणे नूं, हुकम नूं, शब्द नूं, बचन नूं अपनी जिंदगी दे विच धारण कर ले। एक होर बेनती करदे हां कि जिथे सेवादार सेवा करदा है उत्थे ओह कदी अपने मालक दे कीते ते खुजत नहीं करदा। इह असीं राती भी विचारिया, जैसी आग्या कीनी ठाकुर। ਜਿਹੜਾ ਸੇਵਾਦਾਰ ਬਣ ਕੇ ਆਪਣੇ ਸਵਾਮੀ ਦੇ ਉੱਤੇ ਤਰਕ ਵਿਤਰਕ ਤੇ ਹੁਜਤ ਕਰਦਾ ਹੈ, ਚੇਤੇ ਰੱਖਿਓ ਨਾ ਉਸ ਦੀ ਸੇਵਾ ਸਵੀਕਾਰ ਹੈ ਤੇ ਨਾ ਉਸ ਦਾ ਗੁਰੂ ਸਾਹਮਣੇ ਝੁਕਣਾ ਸਵੀਕਾਰ ਹੈ। ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ, ਹਜ਼ੂਰ ਨੇ ਫਰਮਾਇਆ ਕਿ ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਕੁੱਥਾ ਜਾਏ। ਉਹ ਵਕਤੀ ਤੌਰ ਤੇ ਨਮਸਕਾਰ ਕਰਦਾ, ਮੱਥਾ ਵੀ ਟੇਕਦਾ ਹੈ, ਪਰ ਨਾਲ ਜੋ ਗੁਰੂ ਕਹਿੰਦਾ ਉਹਦੇ ਤੇ ਤਰਕ ਕਰਕੇ ਜਵਾਬ ਵੀ ਦੇ ਦਿੰਦਾ ਹੈ। ਇਹਨੂੰ ਫਿਰ ਥੋੜਾ ਜਿਹਾ ਬੇਨਤੀ ਨੂੰ ਸੁਣਿਓ, ਕਿਉਂਕਿ ਮੈਂ ਅੱਜ ਜਿੱਥੇ ਸੇਵਾਦਾਰ ਦੀ ਗੱਲ, ਉੱਥੇ ਬਾਣੀ ਚੋਂ ਇੱਕ ਅਰਜ਼ ਕਰਨੀ ਚਾਹਨਾ ਕਿ ਅਸੀਂ ਜਿੱਥੇ ਮਾਨਵਤਾ ਦੀ ਸੇਵਾ ਦੀ ਗੱਲ ਕਰਨੇ ਆ, ਉੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਸਿੱਖਾਂ ਦੀ ਤੇ ਸਤ ਸੰਗਤ ਦੀ ਸੇਵਾ ਤੇ बहुत ज्यादा जोर दिता गया है। यह भी असी बाणी चो अज देखांगे। महाराज जी का एक बचन है सतगुरां दा, कहने कि सलाम जवाब दोवें करे। सलाम भी करदा है, अगों उत्तर भी दिंदा है। मुंडो इहदा अर्थ मुड तो ही, कुत्था दा लफ्जी अर्थ खुंज गया। जेड़ा बंदा सेवादार भी है, अगों सलाम भी करदा है, जो गुरु कहंदा है ਉਹਦੇ ਤੇ ਤਰਕ ਕਰਕੇ ਵੀ ਖੁਜਤਾਂ ਕਰਨ ਲੱਗ ਪੈਂਦਾ ਹੈ। ਮਹਾਰਾਜ ਕਹਿੰਦੇ ਨੇ ਇਹੋ ਜਿਹਾ ਬੰਦਾ ਆਪਣੇ ਮੁੱਢ ਤੋਂ ਹੀ ਭੁੱਲ ਗਿਆ ਹੈ। ਇਹਦਾ ਮੱਥਾ ਟੇਕਣਾ, ਇਹਦੀ ਸੇਵਾ ਕਰਨੀ ਤੇ ਇਉਂ ਕਹਿ ਲੋ ਇਹਦਾ ਜਵਾਬ ਦੋਣਾ ਦੋਨੋਂ ਹੀ ਝੂਠੇ ਹੋ ਗਏ। ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਕੁੱਥਾ ਜਾਏ। ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਦੋਵੇਂ ਕੂੜੀਆਂ ਦਰ ਤੇ ਜਵਾਬ ਵੀ ਝੂਠਾ ਤੇ ਸਲਾਮ ਵੀ ਝੂਠਾ ਹੈ, ਉਹ ਕਿਸੇ ਥਾਂ ਨਹੀਂ ਪੈਂਦਾ। ਇਸੇ ਤਰ੍ਹਾਂ ਆਸਾ ਕੀ ਵਾਰ ਜੀ ਇੱਕ ਹੋਰ ਬਚਨ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਆਸ਼ਕ ਬੜੀ ਵਾਰੀ ਆਇਆ ਹੈ, इश्क शब्द भी आया है।
ਤੇ ਆਸ਼ਕੀ ਸ਼ਬਦ ਵੀ ਆਇਆ ਹੈ। ਉਂਝ ਵੈਸੇ ਕਿਹਾ ਜਾਂਦਾ ਜਦੋਂ ਅਸੀਂ ਇਸ਼ਕ ਦੀ ਗੱਲ ਕਰਨੇ ਆ, ਇਸ਼ਕ ਇੱਕ ਅੰਦਰ ਦੀ ਖਿੱਚ ਹੈ। ਇਹ ਦੋ ਤਰੀਕੇ ਨਾਲ ਵਰਣਨ ਕੀਤਾ ਸਿਆਣੇ ਲੋਕਾਂ ਨੇ। ਇੱਕ ਇਸ਼ਕ ਮਜਾਜੀ ਹੈ ਤੇ ਇੱਕ ਇਸ਼ਕ ਹਕੀਕੀ ਹੈ। ਆ ਅੱਗੇ ਵਾਲਾ ਥੋੜਾ ਚਲਾਓ। ਇੱਕ ਇਸ਼ਕ ਮਜਾਜੀ ਹੈ, ਇੱਕ ਇਸ਼ਕ ਹਕੀਕੀ ਹੈ। ਜਿਹੜਾ ਇਸ਼ਕ ਮਜਾਜੀ ਹੈ ਉਹ ਸਿਰਫ ਵਾਸ਼ਨਾ ਸੰਯੁਕਤ ਸ਼ਰੀਰਾਂ ਦਾ ਆਪਸੀ ਰਿਸ਼ਤਾ ਹੈ, ਇਸ਼ਕ ਮਜਾਜੀ। ਤੇ ਜਿਹੜਾ ਇਸ਼ਕ ਹਕੀਕੀ ਹੈ ਦਰਅਸਲ ਉਹ ਅੰਦਰ ਦੀ ਨਿਰਮਲ ਸ਼ੁੱਧ ਭਾਵਨਾ ਹੈ ਜਿਹੜੀ ਪਾਰ ਬ੍ਰਹਮ ਪਰਮੇਸ਼ਵਰ ਵਾਸਤੇ ਹੈ। ਦਾਸ ਨੇ ਪਿਛਲੇ ਦਿਨ ਇੱਕ ਬੇਨਤੀ ਕੀਤੀ, ਉਂਝ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਆਸ਼ਕ ਦਾ ਜ਼ਿਕਰ ਨਹੀਂ ਜਿਹੜੇ ਇਸ ਧਰਤੀ ਤੇ ਆਏ ਨੇ। ਸੋਹਣੀ ਮਹੀਵਾਲ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਜ਼ਿਕਰ ਨਹੀਂ, ਰਾਂਝਾ ਹੀਰ ਦਾ ਕਿਤੇ ਜ਼ਿਕਰ ਨਹੀਂ, ਸੱਸੀ ਪੁੰਨੂ ਦਾ ਕਿਤੇ ਜ਼ਿਕਰ ਨਹੀਂ। ਪਰ ਭਾਈ ਗੁਰਦਾਸ ਸਾਹਿਬ ਨੇ ਇਹਨਾਂ ਦਾ ਆਪਣੀ ਰਚਨਾ ਵੀ ਜ਼ਰੂਰ ਜ਼ਿਕਰ ਕੀਤਾ ਹੈ। ਅਸੀਂ ਉਹ ਪੜ੍ਹਨੇ, ਲੈਲਾ ਮਜਨੂ ਆਸ਼ਕੀ ਚੋ ਚੱਕੀ ਜਾਤੀ, ਸੋਰਠ ਬੀਜਾ ਗਾਵੀਏ। ਤੇ ਇਹ ਵੀ ਦੋ ਆਸ਼ਕ ਹੋਏ ਨੇ ਰਾਜਪੂਤਾਨੇ ਵਿੱਚ, ਸੋਰਠ ਤੇ ਬੀਜਾ। ਭਾਈ ਸਾਹਿਬ ਲਿਖਦੇ ਆ, ਲੈਲਾ ਮਜਨੂ ਆਸ਼ਕੀ ਚੋ ਚੱਕੀ ਜਾਤੀ, ਸੋਰਠ ਬੀਜਾ ਗਾਵੀਏ ਜਸ ਸੁਗੜਾ ਵਾਤੀ, ਸੋਹਣੀ ਮਈ ਵਾਲ ਨੂੰ ਨੈ ਤਰਦੀ ਰਾਤੀ, ਰਾਂਝਾ ਹੀਰ ਵਖਾਣੀ ਹੈ ਉਹ ਪਿਰਮ ਪਿਰਾਤੀ। ਹੁਣ ਕਈ ਵਾਰੀ ਕਈ ਸਾਡੇ ਸੱਜਣ ਜਦੋਂ ਕੀਰਤਨ ਕਰਦੇ ਹਨ, ਮੈਂ ਤਰਕ ਨਹੀਂ ਪਰ ਇਹ ਸੱਚ ਹੈ, ਉਹ ਇਹਦੀ ਸਥਾਈ ਬਣਾ ਲੈਣਗੇ ਕਿ ਸੋਹਣੀ ਮਈ ਵਾਲ ਨੂੰ ਨੈ ਤਰਦੀ ਰਾਤੀ। ਉਹ ਵਾਰ-ਵਾਰ ਗਾਈ ਜਾਣਗੇ, ਸੋਹਣੀ ਮਈ ਵਾਲ ਨੂੰ ਤੈ ਤਰਦੀ ਰਾਤੀ। ਜਿਸ ਬੰਦੇ ਨੂੰ ਸਮਝ ਕੋਈ ਨਹੀਂ ਉਹ ਇਹ ਸਮਝਣ ਲੱਗ ਪੈਂਦਾ ਸ਼ਾਇਦ ਭਾਈ ਗੁਰਦਾਸ ਸਾਹਿਬ ਸੋਹਣੀ ਮਈ ਵਾਲ ਦੇ ਇਸ਼ਕ ਨੂੰ ਸਵੀਕਾਰ ਕੀਤਾ। ਇਸ ਨੂੰ ਫਿਰ ਸੁਣੋ। ਜਿਵੇਂ ਦੀਵਾਲੀ ਵਾਲੀ ਰਾਤ ਹੁੰਦੀ, ਇੱਕ ਹਿੰਨ ਮੈਂ ਸਿਰ ਵਿੱਚ ਲਿਖਿਆ, ਉਸ ਰਾਤ ਨੂੰ ਅਕਸਰ ਜਦੋਂ ਕੀਰਤਨ ਹੁੰਦਾ ਹੈ ਇੱਕ ਤੁਕ ਵਾਰ-ਵਾਰ ਅਸੀਂ ਅਸਥਾਈ ਗਾਣੇ, ਦੀਵਾਲੀ ਦੀ ਰਾਤ ਦੀਵੇ ਬਾਲੀਆਂ। ਸਾਰੇ ਅਸੀਂ ਪੜ੍ਹਨੇ ਨਾਲ, ਪਰ ਯਾਦ ਰੱਖਿਓ ਉਸ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਦਾ ਸੰਬੰਧ ਕੇਵਲ ਦੀਵਾਲੀ ਦੇ ਦਿਵਸ ਨਾਲ ਨਹੀਂ, ਅਸਲ ਵਿੱਚ ਉਸ ਦੀਵਾਲੀ ਦੀ ਰਾਤ ਬਲਦੇ ਕੋਈ ਦੀਵਿਆਂ ਦਾ ਅਰਥ ਹੈ ਕਿ ਜਿਵੇਂ ਅਸੀਂ ਹੁਣੇ ਬਨੇਰੇ ਤੇ ਘਰ ਦੀ ਛੱਤ ਤੇ ਦੀਵਾ ਬਾਲ ਕੇ ਆਏ ਆ ਤੇ ਵੇਖਦਿਆਂ ਵੇਖਦਿਆਂ ਇਸ ਦੀਵੇ ਨੇ ਬੁਝ ਜਾਣਾ ਹੈ। ਉਹਦਾ ਅਰਥ ਹੈ ਜਿਵੇਂ ਦੀਵਾਲੀ ਦੀ ਰਾਤ ਦੇ ਦੀਵੇ ਥੋੜੇ ਸਮੇਂ ਲਈ ਜਗਦੇ ਆ ਤੇ ਉਹਨਾਂ ਨੇ ਬੁਝ ਜਾਣਾ ਹੈ। ਤੇਰੀ ਜ਼ਿੰਦਗੀ ਦਾ ਦੀਵਾ ਵੀ ਥੋੜੇ ਸਮੇਂ ਵਾਸਤੇ ਹੈ, ਦੀਵਾਲੀ ਦੀ ਰਾਤ ਦੀ ਤਰ੍ਹਾਂ ਇੱਕ ਦਿਨ ਇਹਨੇ ਵੀ ਬੁਝ ਜਾਣਾ ਹੈ। ਹੁਣ ਉੱਥੇ ਗੱਲ ਮੌਤ ਦੀ ਹੈ, ਪਰ ਅਸੀਂ ਉਹਦੇ ਅਰਥ ਆਪਣੇ ਢੰਗ ਨਾਲ ਲੈਨੇ। ਹੁਣ ਜਿਹੜਾ ਸੋਹਣੀ ਮਈ ਵਾਲ ਨੂੰ ਨੈ ਤਰਦੀ ਰਾਤੀ, ਬੰਦਾ ਸਮਝਦਾ ਵੀ ਇਹ ਇਸ਼ਕ ਮਜਾਜੀ ਦੀ ਗੱਲ। ਸੁਣੋ, ਭਾਈ ਸਾਹਿਬ ਕਹਿੰਦੇ ਨੇ ਲੈਲਾ ਮਜਨੂ ਆਸ਼ਕੀ ਚੋ ਚੱਕੀ ਜਾਤੀ। ਲੈਲਾ ਤੇ ਮਜਨੂ ਦੇ ਇਸ਼ਕ ਨੂੰ ਚਾਰਾਂ ਚੱਕਾਂ ਵਿੱਚ ਲੋਕਾਂ ਨੇ ਜਾਣਿਆ। ਲੈਲਾ ਮਜਨੂ ਆਸ਼ਕੀ ਚੋ ਚੱਕੀ ਜਾਤੀ, ਸੱਸੂ ਸੱਸੀ ਪੁੰਨੂ ਦੋਸਤੀ ਕੋਈ ਜਾਤ ਅਜਾਤੀ। ਸੱਸੀ ਤੇ ਪੁੰਨੂ ਦੀ ਦੋਸਤੀ ਦਾ ਜ਼ਿਕਰ ਵੀ ਲੋਕ ਕਰਦੇ ਆ। ਸੋਰਠ ਬੀਜਾ ਗਾਵੀ ਹੈ, ਇਹ ਸੋਰਠ ਤੇ ਬੀਜਾ ਰਾਜਕੁਮਾਰ ਤੇ ਰਾਜਕੁਮਾਰੀ ਹੈ, ਇਹਨਾਂ ਦੋਨਾਂ ਦਾ ਜਸ ਰਾਜਪੂਤਾਨੇ ਚ ਗਾਇਆ ਜਾਂਦਾ। ਸੋਰਠ ਬੀਜਾ ਗਾਵੀ ਹੈ ਜਸ ਸੁਗੜਾ ਵਾਤੀ, ਸੋਹਣੀ ਮਈ ਵਾਲ ਨੂੰ ਨੈ ਤਰਦੀ ਰਾਤੀ। ਕਿ ਸੋਹਣੀ ਮਈ ਵਾਲ ਦੀ ਖਾਤਰ ਰਾਤ ਨੂੰ ਦਰਿਆ ਤਰਦੀ ਹੈ। ਰਾਂਝਾ ਹੀਰ ਵਖਾਣੀ ਹੈ ਉਹ ਪਿਰਮ ਪਿਰਾਤੀ, ਪੀਰ ਮੁਰੀਦਾਂ ਪਿਰਾਹੜੀ ਜਸ ਗਾਵਣ ਪ੍ਰਭਾਤੀ। ਭਾਈ ਸਾਹਿਬ ਕਹਿੰਦੇ ਆ ਇਹ ਇਸ਼ਕ ਮਜਾਜੀ ਵਾਲੇ ਇੱਕ ਦੂਜੇ ਦੇ ਸਰੀਰ ਦੀ ਖਾਤਰ ਹੀ ਫਨਾ ਹੋ ਗਏ, ਪਰ ਰੱਬ ਦੀ ਬੰਦਗੀ ਕਰਨ ਵਾਲੇ ਉਹ ਆਪਣੇ ਪਾਰ ਬ੍ਰਹਮ ਪਰਮੇਸ਼ਵਰ ਦੀ ਖਾਤਰ ਫਨਾ ਹੁੰਦੇ। ਹੁਣ ਇਹਦਾ ਮਤਲਬ ਇਹ ਥੋੜਾ ਵੀ ਉਸ ਨੂੰ ਸਵੀਕਾਰ ਕੀਤਾ ਗਿਆ। ਮੈਂ ਬੇਨਤੀ ਜਿਹੜੀ ਕਰਨ ਲੱਗਾ ਕਿ ਸੇਵਾਦਾਰ ਇੱਕ ਆਸ਼ਿਕ ਹੈ, ਸੇਵਾਦਾਰ ਧੁਨ ਦਾ ਪੱਕਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅੰਗਦ ਦੇਵ ਜੀ ਦਾ ਇੱਕ ਬਚਨ ਹੈ, ਥੋੜਾ ਥੋੜਾ ਆਪਾਂ ਅੱਗੇ ਚੱਲ ਰਹੇ ਹਾਂ ਕਿ ਸੇਵਾਦਾਰ ਦਾ ਜੀਵਨ। ਉਹ ਬਚਨ ਹੈ ਕਿ ਇਹ ਕਨੇਹੀ ਆਸ਼ਕੀ ਦੂਜੇ ਲੱਗੈ ਜਾਏ, ਨਾਨਕ ਆਸ਼ਕ ਕਾਂਢੀਏ ਸਦਗੀ ਰਹੇ ਸਮਾਏ। ਚੰਗਾ ਚੰਗਾ ਕਰ ਮੰਨੇ, ਮੰਦਾ ਮੰਦਾ ਹੋਏ, ਆਸ਼ਕ ਇਹ ਨਾ ਆਖੀਐ ਜੇ ਲੇਖੈ ਵਰਤੈ ਸੋਏ।
ये तुक दास ने पढ़ी, आप सब ने आशा की वार सुनिए। दे अर्थ की ने एक कनेकी आशिकी, एक कादी मोहब्बत है, एक कादी सेवादारी है, एक कास दी गुरु नाल प्रीति है। दूजा लगे जाए जेड़ा अपने आप नू आशिक भी कहे ते अपने मशूक नू छड़ के खब्बे सज्जे मुंह मारदा फिरे। महाराज कहते हैं वो आशिक शब्द ते कलंक है। आशिक होवे जेड़ा अपने प्यारे तो बिना किसी दूजे नू अपने अंदर थां ही नहीं देंदा। महाराज ने शब्द वरतिया, इहदा भाव अर्थ जेड़ा पार ब्रह्म परमेश्वर सतगुरु की सेवा करने वाला गुरु तो बिना किसी होर वाले पासे झाती ही नहीं मारता। एक कनेही आशिकी दूजा लगे जाए। महाराज कहते नानक आशिक काढ़ी है। इत्थे काढ़ियां दर ते कहे जांदे ने। जे सदी रह समाए, जेड़ा सदीव काल अपने प्यारे दे विच समा गया, दरअसल वो ही आशिक है। अगलियां तुकां दे अर्थ बहुत जरूरी ने। चंगा चंगा कर मन्ने, मंदा मंदा होए। चंगा चंगा कर मन्ने। बेनती है जेड़ा आशिक सेवादार जे काम चंगा हो जाए ते थां थां ते जाके कहे मेरा परमात्मा बड़ा चंगा, मेरा गुरु बड़ा चंगा, मेरा वैगुरु बहुत चंगा। ते जिदन मंदा हो जाए उस दिन तरक करके कहे रब गुरु ने मेरा बहुत नुकसान किया। महाराज कहते कदी भी सेवादार ना क्यों, आशिक तां होवे, चंगा होवे मंदा होवे, कदी मालिक तो मुंह नहीं मोड़दा हुंदा। ये सेवादार है कि चंगा चंगा कर मन्ने, मंदा मंदा होए। आशिक ए ना आखियां जे लेखै वरतै सोए। ओनू कदी सेवादार नहीं कहा जाता जेड़ा अपने मुरशद दे नाल लेखे करदा है। मेरी बेनती है जी, इस तो अगली गल अज दो तीन बेनतियां भाई साहब की रचना विचों करनियां। भाई गुरदास साहब ने, क्योंकि जे किसी ने सिक्खी बारे सच एवे कि रूहानियत की गल पुछनी होवे सरल शब्दां च, वो भाई गुरदास साहब नू जरूर पढ़ो। बेनती उन्हां दियां वारां पढ़ो, उन्हां दे कवित पढ़ो। जितना भावना नाल आप पढ़ोगे समझ पाएगी सिक्खी की है। भाई साहब का एक बचन कल असीं पढ़िया सी, मुरदा खोए मुरीद ना गली खोवना। अज एक पौड़ी मैं अपना सांझी कर लगा कि मुरदा होए मुरीद सो गुर गोर समावै। शब्द सुरत लवलीन होए ओ आप गवावै। तन धरती कर धर्मशाल मन दब विछावै। लत्तां हेठ लताड़िया गुर शब्द कमावै। भाए भगत निवान होए गुरमत ठहरावै। अगे भाई साहब कहते ने कि वरसै निचर धार होए संगत चल आवे। ये थोड़े जे अर्थ दे नाल कर देना कि मुरीद वो है जेड़ा गुरु कबर दे विच समा गया। फिर अर्थ सुनियो, मुरदा होए मुरीद, जेड़ा मर जांदा वो ही मुरीद है। सो गुर गोर, इत्थे गोर दा लफ्जी अर्थ है जी कबर, क्योंकि कबर विच कदी जिउंदे बंदे नूं थां मिलदी ही नहीं। कबर दे विच केवल तां केवल जे थां मिलदी है ते केवल मरे होए नूं ही मिलदी है। कदी जिउंदे बरे बंदे कबर विच दफनाए जांदे देखे, मरे होए कबरां विच जाणगे दा भाव एक बार कथा करदिआं दास ने बेनती कीती सी, इत्थे लफ्ज कबर आया है, पर इहदे अर्थ किते इह ना कोई कर जाए कि असीं कबर नूं गुरु समझना है। मैं इहदे थोड़े जिहा कर देना, मुरदा होए मुरीद सो गुर गोर समावै। ਉਹ ਜਿਹੜਾ ਮਰ ਜਾਂਦਾ ਮੁਰੀਦ ਹੈ ਤੇ ਮੁਰੀਦ ਹੀ ਗੁਰੂ ਰੂਪੀ ਕਬਰ ਵੀ ਸਮਾਂਦਾ ਹੈ। ਫਿਰ ਬੇਨਤੀ ਸੁਣੋ, ਇੱਥੇ ਕਬਰ ਦਾ ਗੁਣ ਲਿਆ ਹੈ, ਇੱਥੇ ਕਬਰ ਦੀ ਪੂਜਾ ਦਾ ਜ਼ਿਕਰ ਨਹੀਂ ਕੀਤਾ ਗਿਆ। ਮਤਾਂ ਕੋਈ ਸਮਝੇ ਵੀ ਸ਼ਾਇਦ ਭਾਈ ਸਾਹਿਬ ਗੁਰੂ ਨੂੰ ਕਬਰ ਕਹਿ ਰਿਹਾ ਜਾਂ ਕਬਰਾਂ ਵਿੱਚ ਗੁਰੂ ਹੈ, ਨਹੀਂ, ਕਿਉਂਕਿ ਕਬਰ ਦੀਆਂ ਕੁਝ ਖਾਸੀਅਤ ਨੇ। ਸਿਆਣੇ ਲੋਕ ਕਹਿੰਦੇ ਨੇ ਕਬਰ ਦੇ ਵੀ ਗੁਣ ਨੇ। ਉਂਝ ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇੱਕ ਜ਼ਿਕਰ ਆਉਂਦਾ ਹੈ। पहला कबर दा गुण यह वे कि जिस बंदे नूं परिवार भी रखण नूं तैयार नहीं, कबर उस बंदे नूं रख लैंदी। ये कथा दास ने बहुत समा पहला कीती सी, अज मैं ट्यूक मात्र सिर वर्ज करांगा। जिस नूं परिवार दे जी एक रात भी कबर रखण लई तैयार नहीं, सच ये वे कबर ओनूं सदा वास्ते अपने भी थां दे दिंदी।
ਪਹਿਲਾ ਕਬਰ ਦਾ ਗੁਣ ਹੈ, ਉਹ ਨਿਥਾਵੇਂ ਦੀ ਥਾਂ ਬਣਦੀ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਵੀ ਆਇਆ, ਬਾਬਾ ਫਰੀਦ ਸਾਹਿਬ ਦਾ ਸ਼ਲੋਕ ਹੈ। ਉਹ ਸ਼ਲੋਕ ਹੈ ਕਬੀਰ ਬਾਬਾ ਜੀ ਨੇ ਫਰਮਾਇਆ ਕਿ ਗੋਰ ਨਿਮਾਣੀ ਛੱਡ ਕਰੈ। ਨਿਮਾਣੀ ਦਰ ਤੇ ਕਿਸੇ ਨੂੰ ਉਹਨੂੰ ਜਿਹਨੂੰ ਮਾਨ ਨਾ ਦਿੱਤਾ ਜਾਏ। ਕਹਿੰਦੇ ਨੇ ਕਬਰ ਜਿਹੜੀ ਹੈ ਨਿਮਾਣੀ ਆਵਾਜ਼ਾਂ ਪਈ ਮਾਰਦੀ ਹੈ ਤੇ ਲੰਘਦੇ ਹੋਏ ਲੋਕਾਂ ਨੂੰ ਕਹਿ ਰਹੀ ਹੈ ਨੇ ਘਰਿਆ ਘਰ ਆਓ। ਮੈਂ ਸਿਰਫ ਇਹਦੇ ਵਿੱਚੋਂ ਲੈਣਾ ਹੈ ਆਪਣੇ ਢੰਗ ਨਾਲ ਅਰਥ, ਹਾਲਾਂ ਮੌਤ ਨਾਲ ਸੰਬੰਧਿਤ ਹੈ। ਕਬਰ ਆਪ ਨਿਮਾਣੀ ਹੈ, ਉਹਨੂੰ ਮਾਣ ਕੋਈ ਨਹੀਂ ਦਿੰਦਾ, ਪਰ ਜਿਹੜਾ ਕਬਰ ਦੇ ਕੋਲੋਂ ਨਿਕਲਦਾ ਹੈ ਉਹਨੂੰ ਕਹਿੰਦੀ ਵੇ ਨੇ ਘਰਿਆ, ਕਿਹੜੇ ਪਾਸੇ ਜਾਣਾ ਪਿਆ, ਆ ਮੇਰੇ ਕੋਲ ਆ ਜਾ। ਜੇ ਅਗਲਾ ਕਹੇ ਵੀ ਮੇਰਾ ਤਾਂ ਆਪਣਾ ਘਰ, ਮੇਰਾ ਆਪਣਾ ਬੰਗਲਾ, ਮੇਰੀਆਂ ਕੋਠੀਆਂ, ਤੇ ਕਬਰ ਕਹਿੰਦੀ ਏ ਤੂੰ ਜਿਤਨੇ ਮਰਜੀ ਘਰ, ਜਿਤਨੇ ਮਰਜੀ ਮਹਲ, ਜਿਤਨੀਆਂ ਮਰਜੀ ਬੰਗਲੇ ਤੇ ਕੋਠੀਆਂ ਬਣਾ ਲਈ, ਮੌਤ ਤੋਂ ਬਾਅਦ ਤੈਨੂੰ ਕਿਸੇ ਨੇ ਤੇਰੇ ਬੈਡਰੂਮ ਵਿੱਚ ਵੀ ਇੱਕ ਰਾਤ ਨਹੀਂ ਟਿਕਣ ਦੇਣਾ। ਉਹ ਨਿਘਰਿਆ ਬੰਦਾ ਆ ਜਿਹਦਾ ਕੋਈ ਘਰ ਨਹੀਂ ਹੁੰਦਾ, ਉਹਦਾ ਘਰ ਮੈਂ ਬਣ ਜਾਂਦੀ। ਭਾਈ ਸਾਹਿਬ ਨੇ ਇਸ ਢੰਗ ਨਾਲ ਕਬਰ ਦੀ ਵਿਆਖਿਆ ਲਈ ਹੈ। ਪਹਿਲੀ ਗੱਲ ਬੇਨਤੀ ਕੀਤੀ, ਕਬਰ ਨਿਥਾਵਿਆਂ ਨੂੰ ਨਿਘਰਿਆਂ ਦਾ ਘਰ ਬਣਦੀ ਹੈ। ਤੇ ਸੱਚ ਇਹ ਵੇ, ਜਿਸ ਬੰਦੇ ਨੂੰ ਕਿਤੇ ਵੀ ਢੋਈ ਨਾ ਮਿਲੇ, ਗੁਰੂ ਨਾਨਕ ਸਾਹਿਬ ਦਾ ਘਰ ਨਿਘਰਿਆਂ ਦਾ ਘਰ ਬਣ ਜਾਂਦਾ ਹੈ। ਸਿਰਫ 3 ਗੁਣ ਕਬਰ ਦੇ। ਕਬਰ ਨਿਘਰੇ ਦਾ ਘਰ ਹੈ। ਗੁਰੂ ਨਾਨਕ ਸਾਹਿਬ ਸਮਰੱਥ ਗੁਰੂ, ਜਿਹਨੂੰ ਕੋਈ ਥਾਂ ਨਹੀਂ ਦਿੰਦਾ, ਉਹਦੀ ਥਾਂ ਹੈ। ਦੂਸਰਾ ਯਾਦ ਰੱਖਿਓ, ਕਬਰ ਦਾ ਇੱਕ ਗੁਣ ਹੈ, ਉਹ ਬੰਦੇ ਦੇ ਔਗਣ ਢੱਕ ਦਿੰਦੀ ਹੈ। ਮੰਨ ਲਓ ਕੋਈ ਇਨਸਾਨ ਬਿਮਾਰੀ ਨਾਲ ਮਰਿਆ, ਇੰਨੀ ਖਤਰਨਾਕ ਬਿਮਾਰੀ ਹੈ ਕਿ ਉਹਨੂੰ ਇਸ਼ਨਾਨ ਕਰ ਲੱਗਿਆ ਵੀ ਲੋਕ ਕਰੀਚ ਖਾਂਦੇ ਆ, ਮਹਿਸੂਸ ਕਰਦੇ ਆ, ਗਲਾਨੀ ਮਹਿਸੂਸ ਕਰਦੇ ਆ। ਤੇ ਕਈ ਵਾਰੀ ਕਹਿੰਦੇ ਛੇਤੀ ਇਹਦਾ ਇਸ਼ਨਾਨ ਕਰਾਓ, ਇਹਨੂੰ ਢੱਕੋ, ਇਹਦੀ ਬੋਡੀ ਚੋਂ ਬਦਬੂ ਆਉਂਦੀ, ਇਹਦੀ ਬੋਡੀ 'ਚ ਕਿਰਮ ਚੱਲ ਗਏ। ਗੁਰਮੁਖੋ, ਜਿਸ ਬੰਦੇ ਦੇ ਸਰੀਰ ਨੂੰ ਇਨਸਾਨ ਜਾਂ ਪਰਿਵਾਰ ਦੇ ਜੀਵ ਵੀ ਬੜੀ ਛੇਤੀ ਨਾਲ ਘਰੋਂ ਕੱਢਣ ਵਾਸਤੇ ਉਤਾਵਲੇ ਨੇ ਕਿ ਅਸੀਂ ਜ਼ਿਆਦਾ ਸਮਾਂ ਇਹਦੀ ਬੋਡੀ ਗਲੀ ਹੋਈ ਨੂੰ ਦੇਖ ਨਹੀਂ ਸਕਦੇ, ਪਰ ਕਬਰ ਵਿੱਚ ਕਿੰਨਾ ਕੁ ਵੱਡਾ ਜੇਰਾ ਹੈ, ਉਹਦੇ ਵਿੱਚ ਪਾ ਦਿੱਤਾ, ਉੱਤੇ ਮਣਾ ਮੂੰਹ ਮਿੱਟੀ ਸੱਟ ਦਿੱਤੀ। ਕਬਰ ਨੇ ਕੀ ਕੀਤਾ, ਜਿਹੜਾ ਉਹਦੀ ਸ਼ਰਨ ਵਿੱਚ ਗਿਆ, ਉਹਦੇ ਔਗਣ ਘੱਟ ਢੱਕ ਦਿੱਤੇ, ਉਹਦੀ ਪੱਤ ਰੱਖ ਲਈ। ਇਹਦਾ ਭਾਵ ਕਿ ਉਹਨੇ ਬਿਮਾਰੀ ਨੂੰ ਪ੍ਰਗਟ ਨਹੀਂ ਹੋਣ ਦਿੱਤਾ, ਮਿੱਟੀ ਵਿੱਚ ਉਹਨੇ ਢੱਕ ਲਿਆ ਉਸ ਸਰੀਰ ਨੂੰ। ਗੁਰਮੁਖੋ, ਸੱਚ ਇਹ ਵੇ, ਜਿਸ ਬੰਦੇ ਦਾ ਜੀਵਨ ਨਿੱਘਰ ਜਾਏ, ਸੰਸਾਰ ਵੀ ਨਫ਼ਰਤ ਕਰੇ, ਪਰਿਵਾਰ ਵੀ ਨਫ਼ਰਤ ਕਰੇ, ਕਈ ਵਾਰੀ ਆਚਰਨ ਤੋਂ ਇੰਨਾ ਕੁ ਡਿੱਗ ਜਾਏ, ਉਹਨੂੰ ਕੋਈ ਵੀ ਆਪਣੇ ਨੇੜੇ ਲੱਗਣ ਨਾ ਦੇ। ਗੁਰੂ ਇੰਨਾ ਸਮਰੱਥ ਹੈ, ਜੇ ਗੁਰੂ ਕੋਲ ਆ ਕੇ ਪਾਪ ਦੀ ਤੋਬਾ ਕਰੇ, ਸੱਚ ਇਹ ਵੇ, ਗੁਰੂ ਕਬਰ ਦੀ ਤਰ੍ਹਾਂ ਇਹੋ ਜਿਹਾ ਪਾਪੀ ਉੱਤੇ ਵੀ ਪਰਦੇ ਪਾ ਕੇ ਉਹਨੂੰ ਢੱਕ ਦਿੰਦਾ। ਕਿਉਂਕਿ ਕਬਰ ਜਿਹੜੀ ਹੈ ਐਬ ਢੱਕਦੀ ਹੈ, ਬਿਮਾਰੀ ਵਾਲੇ ਸਰੀਰ ਨੂੰ ਢੱਕਦੀ ਹੈ। ਮੇਰੀ ਅਰਜ਼ ਹੈ, ਪਹਿਲੀ ਨਿਥਾਵੇਂ ਦੀ ਥਾਂ ਹੈ ਕਬਰ। ਦੂਸਰਾ ਮੈਂ ਬੇਨਤੀ ਕੀਤੀ, ਉਹ ਪੱਤ ਢੱਕਣ ਦਾ ਸੁਭਾਅ ਰੱਖਦੀ ਹੈ। ਤੀਸਰਾ ਕਬਰ ਦਾ ਗੁਣ ਇਹ ਵੇ ਕਿ ਜਿਹੜਾ ਸਰੀਰ ਇੱਕ ਵਾਰ ਕਬਰ ਵੀ ਚਲਾ ਜਾਏਗਾ, ਕੁਝ ਸਮੇਂ ਤੋਂ ਬਾਅਦ ਕਬਰ ਉਹਦੇ ਸਰੀਰ ਦੀ ਚਮੜੀ ਨੂੰ ਆਪਣੇ ਵਰਗੀ ਮਿੱਟੀ ਵਿੱਚ ਮਿੱਟੀ ਹੀ ਕਰ ਲਵੇਗੀ, ਆਪਣਾ ਰੂਪ ਦੇ ਦੇਗੀ। ਭਾਈ ਸਾਹਿਬ ਨੇ ਜਿਹੜੀ ਸ਼ਬਦ ਚੁਣਿਆ ਕਿ ਗੁਰੂ ਕਬਰ ਦੀ ਤਰ੍ਹਾਂ ਹੈ, ਸਿੱਖ ਨੇ ਮੁਰਦੇ ਦੀ ਤਰ੍ਹਾਂ ਜਾਣਾ ਹੈ। ਤੇ ਸੱਚ ਇਹ ਵੇ ਸਿੱਖਾ, ਜਿਵੇਂ ਕਬਰ ਨਿਥਾਵੇਂ ਦੀ ਥਾਂ, ਇਸੇ ਤਰ੍ਹਾਂ ਗੁਰੂ ਤੇਰਾ ਨਿਥਾਵੇਂ ਦੀ ਥਾਂ। ਜਿਵੇਂ ਕਬਰ ਸਰੀਰ ਉੱਤੇ ਮਿੱਟੀ ਪਾ ਉਹਦੇ ਸਰੀਰ ਨੂੰ ਢੱਕਦੀ ਏ, ਗੁਰੂ ਆਪਣੀ ਪੱਤ ਦਾ ਪਰਦਾ ਪਾ ਤੇਰੇ ਐਬਾਂ ਨੂੰ ਢੱਕ ਦਿੰਦਾ ਹੈ। ਜਿਵੇਂ ਕਬਰ ਕੁਝ ਸਮੇਂ ਤੋਂ ਬਾਅਦ ਉਸ ਬੋਡੀ ਨੂੰ ਮਿੱਟੀ ਵਿੱਚ ਮਿੱਟੀ ਮਿਲਾ ਦਿੰਦੀ ਹੈ, ਸੱਚ ਇਹ ਵੇ, ਗੁਰੂ ਕਿਰਪਾ ਕਰਕੇ ਸਿੱਖ ਨੂੰ ਆਪਣੇ ਵਿੱਚ ਮਿਲਾ ਲੈਂਦਾ।